ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਨੌਕਰੀ ਲਈ ਜਾਣਾ ਚਾਹੁੰਦੇ ਹੋ ਤਾਂ ਅਮਰੀਕਾ ਕੁਝ ਤਰੀਕੇ ਨੇ ਜੋ ਤੁਸੀਂ ਸਕਦੇ ਹੋ ਅਪਣਾ। ਭਾਰਤ ਵਿੱਚ ਅਮਰੀਕਾ ਜਾਣ ਦਾ ਕਰੇਜ਼। ਵੀਜ਼ਾ ਲਈ ਅਰਜ਼ੀਆਂ ਦਾ ਹੜ ਮਹੀਨਿਆਂ ਦਾ ਹੈ ਵੇਟਿੰਗ ਪੀਰੀਅਡ। ਹਫ਼ਤੇ ਵਿੱਚ ਦੂਜੀ ਵਾਰ ਅੰਮ੍ਰਿਤਸਰ ਵਿਖੇ ਸਮੇਂ ਤੋਂ ਪਹਿਲਾਂ ਉੱਡਿਆ ਜਹਾਜ਼। ਸ਼ਾਮ 7:55 ਦੀ ਸੀ ਉਡਾਣ। ਪੌਣੇ 4 ਘੰਟੇ ਪਹਿਲਾਂ ਹੀ ਮਾਰੀ ਉਡਾਰੀ। ਅਮਰੀਕੀ ਫੌਜ ਦਾ ਸੋਮਾਲੀਆ 'ਚ ਹਮਲਾ। 30 ਅਲ-ਸ਼ਬਾਬ ਲੜਾਕੇ ਕੀਤੇ ਢੇਰ। ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ। FBI ਵੱਲੋਂ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਰਿਹਾਇਸ਼ ਦੀ ਤਲਾਸ਼ੀ। ਗੁਪਤ ਦਸਤਾਵੇਜ਼ ਬਰਾਮਦ। ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਨੇ ਨਿੱਕੀ ਹੈਲੀ। ਏਅਰ ਇੰਡੀਆ ਦੀ ਦਿੱਲੀ ਮਿਲਾਨ ਉਡਾਣ 1 ਫੈਬਰਵਰੀ ਤੋਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕਈ ਵਾਰ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਨੌਕਰੀ ਦੇ ਲਈ ਸੰਯੁਕਤ ਰਾਜ ਅਮਰੀਕਾ ਜਾਣ ਵਿੱਚ ਉਮੀਦਵਾਰਾਂ ਦੀ ਵਿਸ਼ੇਸ਼ ਦਿਲਚਸਪੀ ਰਹਿੰਦੀ ਹੈ। ਕਿਸੇ ਵੀ ਦੇਸ਼ ਦੇ ਵਿੱਚ ਨੌਕਰੀ ਕਰਨ ਦੇ ਲਈ ਵੀਜ਼ਾ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚ USA ਦਾ ਵੀਜ਼ਾ ਲੈਣਾ ਆਸਾਨ ਨਹੀਂ ਹੈ। ਹਾਲਾਂਕਿ ਕੁਝ ਗੱਲਾਂ ਦਾ ਧਿਆਨ ਰੱਖਣਾ ਇਸ ਪ੍ਰਕਿਰਿਆ ਨੂੰ ਛੋਟਾ ਅਤੇ ਆਸਾਨ ਬਣਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਅਤੇ ਔਖਾ ਕੰਮ ਅਮਰੀਕਾ ਦੇ ਵਿੱਚ ਨੌਕਰੀ ਪ੍ਰਾਪਤ ਕਰਨਾ ਹੈ। ਇਸ ਦੇ ਲਈ ਕਈ ਤਰੀਕੇ ਵਰਤੇ ਜਾ ਸਕਦੇ ਨੇ, ਜਿਵੇਂ ਕਿ ਆਪਣੇ ਪੇਸ਼ੇ ਦੇ ਲੋਕਾਂ ਦੇ ਨਾਲ ਨੈਟਵਰਕਿੰਗ ਕਰਨਾ, ਵੈਬਸਾਈਟ ਤੇ ਨੌਕਰੀਆਂ ਦੀ ਭਾਲ ਕਰਨਾ, ਨੌਕਰੀ ਮੇਲੇ ਤੇ ਜਾਣਾ ਜਾਂ ਹੋਰ ਚੀਜ਼ਾਂ। ਜੇਕਰ ਤੁਸੀਂ ਚਾਹੋ ਤਾਂ ਉੱਥੇ ਨੌਕਰੀ ਹਾਸਲ ਕਰਨ ਦੇ ਲਈ ਰਿਕਰੂਟਮੈਂਟ ਕੰਪਨੀ ਦੀ ਮਦਦ ਲੈ ਸਕਦੇ ਹੋ। ਨੌਕਰੀ ਮਿਲਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਅਮਰੀਕਾ ਦੇ ਵਿਦੇਸ਼ ਵਿਭਾਗ ਤੋਂ ਵਰਕ ਵੀਜ਼ਾ ਬਾਰੇ ਪਤਾ ਲਗਾਓ। ਆਪਣੀ ਨੌਕਰੀ ਦੀ ਲੋੜ ਦੇ ਅਨੁਸਾਰ ਸਹੀ ਵਰਕ ਵੀਜ਼ਾ ਚੁਣੋ। ਵਿਸ਼ੇਸ਼ ਕਿੱਤਿਆਂ ਵਾਲੇ ਲੋਕਾਂ ਨੂੰ H-1B ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਹੋਰ ਕੰਪਨੀ ਤੋਂ ਟ੍ਰਾਂਸਫਰ ਹੋਣ ਤੋਂ ਬਾਅਦ ਆਉਣ ਵਾਲਿਆਂ ਨੂੰ L-1 ਵੀਜ਼ਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੋਰ ਸ਼੍ਰੇਣੀਆਂ ਨੇ। ਅਗਲੇ ਪੜਾਅ ਦੇ ਵਿੱਚ ਵੀਜ਼ਾ ਅਰਜ਼ੀ ਦੇ ਲਈ ਕਾਗਜ਼ੀ ਕੰਮ ਦੀ ਪੁਸ਼ਟੀ ਕਰਦੇ ਰਹੋ। ਮੁੱਖ ਦਸਤਾਵੇਜ਼ ਜੋ ਲੋੜੀਂਦੇ ਹੋਣਗੇ ਉਹ ਹਨ ਭਰੇ ਹੋਏ ਅਰਜ਼ੀ ਫਾਰਮ ਦੇ ਨਾਮ, ਰੈਜ਼ਿਊਮੇ ਦੀ ਕਾਪੀ, ਸਿਖਲਾਈ ਅਤੇ ਰੁਜ਼ਗਾਰ ਇਤਿਹਾਸ ਦੇ ਦਸਤਾਵੇਜ਼ ਅਤੇ ਤੁਹਾਡੀ ਨੌਕਰੀ ਦੀ ਪੇਸ਼ਕਸ਼ ਕਾਪੀ। ਬਹੁਤ ਸਾਰੇ ਦਸਤਾਵੇਜ਼ ਤੋਂ ਇਲਾਵਾ ਤੁਹਾਨੂੰ ID ਪ੍ਰੂਫ, ਪਾਸਪੋਰਟ ਦੀ ਕਾਪੀ, ਵਿੱਤੀ ਸਥਿਰਤਾ ਦਾ ਸਬੂਤ, ਬੈਂਕ ਸਟੇਟ, ਹੋਰ ਚੀਜ਼ਾਂ ਵੀ ਤਿਆਰ ਰੱਖਣੀਆਂ ਚਾਹੀਦੀਆਂ ਨੇ। ਅਰਜ਼ੀ ਦੇਣ ਤੋਂ ਪਹਿਲਾਂ ਸਾਰੇ ਦਸਤਾਵੇਜ਼ ਤਿਆਰ ਰੱਖਣੇ ਜ਼ਰੂਰੀ ਨੇ, ਨਹੀਂ ਤਾਂ ਅਰਜ਼ੀ ਕਿਸੇ ਪੜਾਅ ਤੇ ਲਟਕ ਸਕਦੀ ਹੈ। ਇੱਕ ਵਾਰ ਕਾਗਜ਼ੀ ਕਾਰਵਾਈ ਦੀ ਪੁਸ਼ਟੀ ਹੋਣ ਤੋਂ ਬਾਅਦ ਐਪਲੀਕੇਸ਼ਨ ਨੂੰ ਈਮੇਲ ਰਾਹੀਂ ਦੂਤਵਾਸ ਵਿੱਚ ਵਿਅਕਤੀਗਤ ਤੌਰ ਤੇ ਜਾਂ ਆਨਲਾਈਨ ਜਾ ਕੇ ਜਮ੍ਹਾਂ ਕੀਤਾ ਜਾ ਸਕਦਾ ਹੈ। ਤੁਸੀਂ ਉਸ ਦੇਸ਼ ਦੇ ਅਨੁਸਾਰ ਫੈਸਲਾ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਹੋ। ਕਰੋਨਾ ਸੰਕਟ ਦੇ ਦੌਰ ਤੋਂ ਬਾਅਦ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਰਿਕਾਰਡ ਵਾਧਾ ਹੋਇਆ। ਇੱਥੇ ਇੰਨੇ ਵੀਜ਼ਾ ਬਿਨੇਕਾਰ ਨੇ ਕਿ ਅਮਰੀਕੀ ਕੰਸਲਟੇਟ ਨਾ ਕੇਵਲ ਛੁੱਟੀਆਂ ਦੇ ਦਿਨ ਕੰਮ ਕਰ ਰਹੇ ਨੇ, ਸਗੋਂ ਵਿਦੇਸ਼ਾਂ ਤੋਂ ਆਪਣੇ ਅਧਿਕਾਰੀਆਂ ਨੂੰ ਭਾਰਤ ਬੁਲਾ ਕੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਾਣਕਾਰੀ ਬੰਬਈ ਸਥਿਤ ਅਮਰੀਕਨ ਕੌਂਸਲੇਟ ਜਨਰਲ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਦੱਸ ਦਈਏ ਕਿ ਅਮਰੀਕਾ ਨੇ ਵੀਜ਼ਾ ਨਿਯਮਾਂ ਨੂੰ ਸਖਤ ਦਿੱਤਾ ਸੀ। ਕਰ ਔਰ ਤੇ ਵੀਜ਼ਾ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਰਹੀਆਂ ਸੀ। ਕਰੋਨਾ ਸੰਕਟ ਦੇ ਦੌਰਾਨ ਉੱਥੇ ਵਿਦੇਸ਼ੀਆਂ ਦੀ ਆਮਦ ਸੀਮਤ ਸੀ। ਹਾਲਾਂਕਿ ਹੁਣ ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਦੇ ਵੱਲੋਂ ਵੀਜ਼ਾ ਅਰਜ਼ੀਆਂ ਦੇ ਵਿੱਚ ਰਿਕਾਰਡ ਵਾਧਾ ਹੋਇਆ। ਬੰਬਈ ਦੇ BKC ਇਲਾਕੇ 'ਚ ਅਮਰੀਕੀ ਵਣਜ ਦੂਤਘਰ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਭਾਰਤੀ ਨਾਗਰਿਕਾਂ ਦੀ ਹੈ, ਜਿਨ੍ਹਾਂ ਨੇ ਅਮਰੀਕਾ ਜਾਣ ਦੇ ਲਈ ਵੱਖ-ਵੱਖ ਸ਼੍ਰੇਣੀਆਂ 'ਚ ਵੀਜ਼ਾ ਲਈ ਅਪਲਾਈ ਕੀਤਾ। ਕਈ ਬਿਨੇਕਾਰਾਂ ਨੂੰ ਮਹੀਨਿਆਂ ਦੀ ਉਡੀਕ ਕਰਨ ਦੇ ਨਾਲ US ਕੰਸਲੇਟ ਨੇ ਹੁਣ ਵੀਜ਼ਾ ਇੰਟਰਵਿਊ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਮਰੀਕੀ ਵਣਜ ਦੂਤਘਰ ਦੇ ਕਾਉਂਸਲਰ ਚੀਫ ਜੌਨ ਬੈਲਰੋਡ ਨੇ ਦੱਸਿਆ ਕਿ ਕਰੋਨਾ ਸੰਕਟ ਤੋਂ ਬਾਅਦ ਭਾਰਤ ਤੋਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ ਹੋਇਆ। ਵੀਜ਼ਾ ਬਿਨੇਕਾਰ ਪੜ੍ਹਾਈ, ਯਾਤਰਾ, ਆਪਣੇ ਪਰਿਵਾਰ ਨੂੰ ਮਿਲਣ, ਰਿਸ਼ਤੇਦਾਰਾਂ ਨੂੰ ਮਿਲਣ ਤੇ ਹੋਰ ਪ੍ਰੋਗਰਾਮਸ ਦੇ ਵਿੱਚ ਹਿੱਸਾ ਲੈਣ ਦੇ ਲਈ ਅਮਰੀਕਾ ਜਾਣਾ ਚਾਹੁੰਦੇ ਨੇ। ਕਰੋਨਾ ਪੀਰੀਅਡ ਖਤਮ ਹੋਣ ਤੋਂ ਬਾਅਦ ਵੀਜ਼ਾ ਬਿਨੇਕਾਰਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇੰਤਜ਼ਾਰ ਦਾ ਸਮਾਂ ਕਈ ਮਹੀਨਿਆਂ ਦਾ ਹੈ, ਜਿਸ ਨੂੰ ਘਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ੋਹਨ ਦੇ ਮੁਤਾਬਕ ਕੁਝ ਲੋਕ ਅਜਿਹੇ ਵੀ ਨੇ ਜੋ ਅਮਰੀਕਾ 'ਚ ਪੱਕੇ ਤੌਰ ਤੇ ਸੈਟਲ ਹੋਏ ਨੇ। ਜੌਨ ਦੇ ਮੁਤਾਬਕ ਬੰਬਈ ਸਥਿਤ ਅਮਰੀਕੀ ਵਣਜ ਦੂਤਘਰ ਦੇ ਦਫ਼ਤਰ ਦੇ ਲਈ ਵੀਅਤਨਾਮ ਅਤੇ ਵਾਸ਼ਿੰਗਟਨ ਦੇ ਅਧਿਕਾਰੀਆਂ ਨੂੰ ਵੀ ਭਾਰਤ ਬੁਲਾਇਆ ਜਾ ਰਿਹਾ ਤਾਂ ਜੋ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ। ਵੀਅਤਨਾਮ ਤੋਂ ਕੌਂਸਲਰ ਅਧਿਕਾਰੀ ਚਾਰਲੀ ਨੇ ਦੱਸਿਆ
ਕਿ ਭਾਰਤ ਦੇ ਵਿੱਚ ਵੀਜ਼ਾ ਅਰਜ਼ੀ ਦੇ ਮਾਮਲੇ ਵੀਅਤਨਾਮ ਤੋਂ ਵੱਖਰੇ ਨੇ। ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਵੀਜ਼ੇ ਬਿਨੇਕਾਰਾਂ ਨੂੰ ਲੰਬਾ ਇੰਤਜ਼ਾਰ ਨਾ ਕਰਨਾ ਪਏ। ਅਮਰੀਕੀ ਵਣਜ ਦੂਤਘਰ ਦੇ ਬੁਲਾਰੇ ਗ੍ਰੈਗ ਪਾਰਡੇ ਨੇ ਦੱਸਿਆ ਕਿ H1B L1 ਵੀਜ਼ਾ ਵਰਗੇ ਵਾਕਿੰਗ ਵੀਜ਼ਾਸ ਦੇ ਲਈ ਇੰਟਰਵਿਊ ਪ੍ਰਕਿਰਿਆ ਦਾ ਸਮਾਂ ਘਟ ਕੇ ਕੁਝ ਮਹੀਨਿਆਂ ਤੇ ਆ ਗਿਆ। ਪਿਛਲੇ ਸਾਲ ਭਾਰਤੀਆਂ ਨੂੰ ਸਭ ਤੋਂ ਵੱਧ ਅਮਰੀਕੀ ਵਿਦਿਆਰਥੀ ਵੀਜ਼ੇ ਜਾਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਗਿਆ ਸੀ ਅਤੇ ਇਸ ਸਾਲ ਵੀ ਅਜਿਹਾ ਹੋ ਸਕਦਾ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਜਾਣ ਦੇ ਮਾਮਲੇ 'ਚ ਭਾਰਤ ਹੁਣ ਦੁਨੀਆ 'ਚ ਦੂਜੇ ਨੰਬਰ ਤੇ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਣਜ ਦੂਤਘਰ ਦੇ ਬੁਲਾਰੇ ਗ੍ਰੇਗ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦੇ ਮੱਦੇਨਜ਼ਰ ਭਾਰਤ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਆਮ ਬਣਾਉਣਾ ਸਾਡੀ ਤਰਜੀਹ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਵੀਜ਼ਾ ਰੀਨਿਊ ਕਰਨਾ ਹੈ ਉਹਨਾਂ ਨੂੰ ਇੰਟਰਵਿਊ ਦੀ ਲੋੜ ਨਹੀਂ ਪਏਗੀ। ਹਾਲਾਂਕਿ ਇਹ ਕੇਸ ਦਰ ਕੇਸ ਤੇ ਵੀ ਨਿਰਭਰ ਕਰਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਕੌਂਸਲੇਟ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਹਫ਼ਤੇ ਦੇ ਵਿੱਚ ਲਗਾਤਾਰ ਦੂਜੀ ਵਾਰ ਸਿੰਗਾਪੁਰ ਜਾਣ ਵਾਲੀ ਸਕੂਟ 에ਅਰਲਾਈਨ ਦਾ ਜਹਾਜ਼ ਸਮੇਂ ਤੋਂ ਪਹਿਲਾਂ ਉੱਡ ਗਿਆ ਤੇ ਯਾਤਰੀ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੇ ਉਡੀਕ ਕਰਦੇ ਰਹਿ ਗਏ। ਯਾਤਰੀਆਂ ਦੇ ਵੱਲੋਂ ਲਗਾਤਾਰ 에ਅਰਲਾਈਨ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾਂਦਾ ਰਿਹਾ, ਪਰ ਅੱਗੋਂ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ। ਕੇਵਲ ਇਹੀ ਕਹੀ ਜਾਂਦਾ ਰਿਹਾ ਕਿ ਈਮੇਲ ਭੇਜ ਕੇ ਸੂਚਿਤ ਕੀਤਾ ਗਿਆ ਸੀ, ਜਦਕਿ ਯਾਤਰੀਆਂ ਦਾ ਕਹਿਣਾ ਸੀਗਾ ਕਿ ਕੰਪਨੀ ਵੱਲੋਂ ਨਾ ਤਾਂ ਐਪ ਤੇ ਕੁਝ ਵੀ ਅਪਡੇਟ ਕੀਤਾ ਗਿਆ ਅਤੇ ਨਾ ਹੀ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਸੂਚਿਤ ਕੀਤਾ ਗਿਆ। ਇੱਥੋਂ ਤੱਕ ਕਿ ਮੇਲ ਵੀ ਰਿਸੀਵ ਨਹੀਂ ਹੋਈ, ਜਿਸ ਕਾਰਨ 25 ਦੇ ਕਰੀਬ ਯਾਤਰੀ 에ਅਰਪੋਰਟ ਤੇ ਰਹਿ ਗਏ। ਬਹੁਤ ਸਾਰੇ ਯਾਤਰੀਆਂ ਨੇ ਸਿੰਗਾਪੁਰ ਤੋਂ ਅੱਗੇ ਕਨੈਕਟਡ ਜਹਾਜ਼ ਰਾਹੀਂ ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਦੇ ਲਈ ਰਵਾਨਾ ਹੋਣਾ ਸੀ। ਅਜਿਹੇ 'ਚ ਉਹਨਾਂ ਦਾ ਜਹਾਜ਼ ਫਿਰ ਤੋਂ ਮਿਸ ਹੋ ਗਿਆ। ਯਾਤਰੀਆਂ ਦਾ ਦੋਸ਼ ਸੀਗਾ ਕਿ 에ਅਰਲਾਈਨ ਕੰਪਨੀ ਦੇ ਵੱਲੋਂ ਬਸ ਇਹੀ ਕਿਹਾ ਜਾ ਰਿਹਾ ਕਿ ਇਸ ਸੰਬੰਧੀ ਆਪਣੇ ਏਜੰਟ ਦੇ ਨਾਲ ਸੰਪਰਕ ਕਰੋ, ਜਦਕਿ ਨਾ ਤਾਂ ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਠਹਿਰਾਇਆ ਗਿਆ, ਨਾ ਹੀ ਕੁਝ ਖਾਣ ਪੀਣ ਨੂੰ ਦਿੱਤਾ ਗਿਆ। ਕੈਨੇਡਾ ਜਾਣ ਦੇ ਲਈ ਆਏ ਯਾਤਰੀ ਨੇ ਦੱਸਿਆ ਕਿ ਉਡਾਣ ਦਾ ਸਮਾਂ 7:55 ਸੀਗਾ ਤੇ ਉਹ ਤਕਰੀਬਨ 4 ਵਜੇ 에ਅਰਪੋਰਟ ਪੁੱਜਣ ਤੋਂ ਬਾਅਦ ਦੱਸਿਆ ਗਿਆ ਕਿ ਜਹਾਜ਼ 3:45 ਤੇ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੀ ਉਕਤ ਕੰਪਨੀ ਵੱਲੋਂ ਅਜਿਹਾ ਹੀ ਕੀਤਾ ਗਿਆ ਸੀਗਾ ਤੇ 35 ਯਾਤਰੀਆਂ ਨੂੰ ਪਿੱਛੇ ਛੱਡ ਦਿੱਤਾ ਗਿਆ, ਜਿਸ ਦੇ ਬਾਅਦ ਯਾਤਰੀਆਂ ਨੇ 에ਅਰਪੋਰਟ ਤੇ ਚੰਗਾ ਰੌਲਾ ਪਾਇਆ ਸੀ। ਮਜਬੂਰਨ ਸਾਰੇ ਯਾਤਰੀਆਂ ਨੂੰ ਦੁਬਾਰਾ ਪੈਸੇ ਦੇ ਕੇ ਟਿਕਟ ਕਰਾਉਣੀ ਪਈ ਸੀ। US ਅਫਰੀਕਾ ਕਮਾਂਡ ਨੇ ਇੱਕ ਬਿਆਨ 'ਚ ਕਿਹਾ ਹੈ ਸ਼ੁੱਕਰਵਾਰ ਨੂੰ ਕਿ ਅਮਰੀਕੀ ਫੌਜ ਹਮਲੇ 'ਚ ਮੱਧ ਸੋਮਾਲੀ ਕਸਬੇ ਗਲਾਕਤ ਦੇ ਨੇੜੇ ਲਗਭਗ 30 ਇਸਲਾਮੀ ਅਲ-ਸ਼ਬਾਬ ਲੜਾਕੇ ਮਾਰੇ ਗਏ ਨੇ। ਇੱਥੇ ਸੋਮਾਲੀਆ ਫੌਜ ਇਹਨਾਂ ਲੜਾਕਿਆਂ ਦੇ ਖਿਲਾਫ ਜਵਾਬੀ ਕਾਰਵਾਈ ਦੇ ਵਿੱਚ ਲੱਗੀ ਹੋਈ ਸੀ। ਦੱਸ ਦਈਏ ਕਿ ਗਲਖੌਟ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ 260 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਸਥਿਤ ਹੈ। US ਅਫਰੀਕਾ ਕਮਾਂਡ ਨੇ ਮੁਲਾਂਕਣ ਕੀਤਾ ਕਿ ਰਿਮੋਟ ਟਿਕਾਣੇ ਕਾਰਨ US ਹਮਲੇ 'ਚ ਨਾਗਰਿਕਾਂ ਦੀ ਮੌਤ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅਮਰੀਕੀ ਬਲਾਂ ਨੇ ਇਹ ਹਮਲਾ ਸੋਮਾਲੀਆ ਨੈਸ਼ਨਲ ਆਰਮੀ ਦੇ ਸਮਰਥਨ 'ਚ ਕੀਤਾ। ਇੱਕ ਰੱਖਿਅਕ ਅਧਿਕਾਰੀ ਦੇ ਮੁਤਾਬਕ ਹਵਾਈ ਹਮਲੇ ਦੇ ਸਮੇਂ ਕੋਈ ਵੀ ਅਮਰੀਕੀ ਫੌਜ ਜ਼ਮੀਨ ਤੇ ਮੌਜੂਦ ਨਹੀਂ ਸੀ। ਕਿਹਾ ਜਾ ਰਿਹਾ ਕਿ ਸੋਮਾਲੀਆ ਦੀਆਂ ਫੌਜਾਂ 100 ਤੋਂ ਵੱਧ ਅਲ-ਸ਼ਬਾਬ ਲੜਾਕਿਆਂ ਨਾਲ ਲੜ ਰਹੀਆਂ ਸਨ। ਅਲ-ਸ਼ਬਾਬ ਦੇ ਲੜਾਕੇ ਸੋਮਾਲੀਆ ਦੀ ਫੌਜ ਨੂੰ ਹਾਵੀ ਕਰ ਰਹੇ ਸੀ। ਦੱਸ ਦਈਏ ਕਿ ਸੋਮਾਲੀਆ ਦਾ ਅਲ-ਸ਼ਬਾਬ ਸੰਗਠਨ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਮਈ 2022 ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਅੱਤਵਾਦੀ ਸਮੂਹ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਦੇ ਵਿੱਚ ਫੌਜ ਦੀ ਤਾਇਨਾਤੀ ਦੇ ਲਈ ਪੈਂਟਾਗਨ ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਸੀ। ਉਦੋਂ ਤੋਂ ਅਮਰੀਕਾ ਨੇ ਲਗਾਤਾਰ ਸੋਮਾਲੀ ਸਰਕਾਰ ਦਾ ਸਮਰਥਨ ਕੀਤਾ। ਤੁਹਾਨੂੰ ਦੱਸ ਦਈਏ ਕਿ 2020 ਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਤੋਂ ਸਾਰੇ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ 에ਅਰਪੋਰਟ ਨੇ ਯਾਤਰੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ 26 ਜਨਵਰੀ ਦੇ ਮੱਦੇਨਜ਼ਰ ਹਵਾਈ ਅੱਡੇ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੁਰੱਖਿਆ ਪ੍ਰਕਿਰਿਆ 'ਚ ਹੋਰ ਸਮਾਂ ਲੱਗ ਸਕਦਾ ਹੈ। ਇਸ ਦੇ ਲਈ ਯਾਤਰੀ ਕਿਸੇ ਦੇਰੀ ਤੋਂ ਬਚਣ ਦੇ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਹਵਾਈ ਅੱਡੇ ਤੇ ਪਹੁੰਚ ਗਏ। ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਦੇ ਲਈ ਯਾਤਰੀ ਆਪਣੀ 에ਅਰਲਾਈਨਸ ਦੇ ਨਾਲ ਸੰਪਰਕ ਕਰ ਸਕਦੇ ਨੇ। ਜ਼ਿਕਰਯੋਗ ਹੈ ਕਿ 26 ਜਨਵਰੀ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ 'ਚ ਕਿਸੇ ਵੀ ਖਤਰੇ ਦੇ ਨਾਲ ਨਜਿੱਠਣ ਦੇ ਲਈ ਸੁਰੱਖਿਆ ਵਿਵਸਥਾ ਮਜ਼ਬੂਤ ਹੈ। ਹਵਾਈ ਅੱਡਿਆਂ ਵਰਗੀਆਂ ਭੀੜ ਵਾਲੀਆਂ ਥਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਅਤੇ ਜਸ਼ਨਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦੇ ਵਿੱਚ ਇਸ ਮਹੀਨੇ 8 ਦਿਨਾਂ ਦੇ ਲਈ ਹਵਾਈ ਖੇਤਰ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ। ਦਿੱਲੀ ਵਿੱਚ 19 ਜਨਵਰੀ ਤੋਂ ਲੈ ਕੇ
24 जनवरी ਅਤੇ 26 जनवरी ਤੋਂ ਲੈ ਕੇ 29 जनवरी ਤੱਕ ਹਵਾਈ ਖੇਤਰ 'ਚ ਪਾਬੰਦੀਆਂ ਰਹਿਣਗੀਆਂ। ਹਾਲਾਂਕਿ ਇਸ ਸਮੇਂ ਦੌਰਾਨ ਨਿਰਧਾਰਤ ਪ੍ਰਭਾਵਿਤ ਨਹੀਂ ਹੋਣਗੀਆਂ ਉਡਾਣਾਂ ਜਿਹੜੀਆਂ ਹੁੰਦੀਆਂ ਨੇ। 19 जनवरी ਤੋਂ 24 जनवरी ਤੱਕ ਰੋਜ਼ਾਨਾ 10 ਵਜੇ ਪਾਬੰਦੀਆਂ ਲਾਗੂ ਰਹਿੰਦੀਆਂ ਨੇ ਤੇ ਅਨੁਸਾਰ ਮਿਆਦ ਦੇ ਦੌਰਾਨ ਅਨੁਸੂਚਿਤ 에ਅਰਲਾਈਨਸ ਦੀਆਂ ਗੈਰ ਅਨੁਸੂਚਿਤ ਉਡਾਣਾਂ ਅਤੇ ਚਾਰਟਰਡ ਉਡਾਣਾਂ ਨੂੰ ਦਿੱਲੀ ਹਵਾਈ ਅੱਡੇ ਤੇ ਉਤਰਨ ਦੀ ਆਗਿਆ ਨਹੀਂ ਹੋਣੀ ਹੈ। ਹਾਲਾਂਕਿ ਇਸ ਦੌਰਾਨ ਭਾਰਤੀ ਹਵਾਈ ਸੈਨਾ BSF ਫੌਜ ਦੇ ਜਹਾਜ਼ਾਂ ਦੇ ਨਾਲ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਲੈ ਕੇ ਜਾਣ ਵਾਲੇ ਹੈਲੀਕਾਪਟਰਸ ਜਾਂ ਜਹਾਜ਼ਾਂ ਤੇ ਕੋਈ ਪਾਬੰਦੀ ਨਹੀਂ ਹੋਣੀ ਹੈ। ਅਮਰੀਕਾ ਦੀ ਸੰਘੀ ਜਾਂਚ ਬਿਊਰੋ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਵਿਲਮਿੰਗਟਨ ਨਿਵਾਸ ਦੀ ਤਲਾਸ਼ੀ ਲਈ ਅਤੇ ਗੁਪਤ ਦਸਤਾਵੇਜ਼ ਦੇ ਤੌਰ ਤੇ 6 ਵਾਧੂ ਦਸਤਾਵੇਜ਼ ਬਰਾਮਦ ਕੀਤੇ। ਵਿਭਾਗ ਨੇ ਬਾਈਡਨ ਦੇ ਕੁਝ ਹੱਥ ਲਿਖਤ ਨੋਟ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ। ਰਾਸ਼ਟਰਪਤੀ ਦੇ ਵਕੀਲ ਬੌਬ ਬਾਉਰ ਨੇ ਇਹ ਜਾਣਕਾਰੀ ਦਿੱਤੀ। ਬਾਈਡਨ ਨੇ ਆਪਣੀ ਮਰਜ਼ੀ ਦੇ ਨਾਲ FBI ਨੂੰ ਆਪਣੀ ਰਿਹਾਇਸ਼ ਦੀ ਤਲਾਸ਼ੀ ਲੈਣ ਦੀ ਆਗਿਆ ਦਿੱਤੀ, ਪਰ ਖੋਜ ਵਾਰੰਟ ਨਾ ਹੋਣ ਦੇ ਬਾਵਜੂਦ ਇਹ ਘਟਨਾ ਅਸਧਾਰਨ ਹੈ। ਬਾਈਡਨ ਨੂੰ 12 जनवरी ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਹ ਖੁਲਾਸਾ ਹੋਇਆ ਕਿ ਬਾਈਡਨ ਦੇ ਵਕੀਲਾਂ ਨੇ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਵਾਸ਼ਿੰਗਟਨ ਦੇ ਪੇਨ ਬਾਈਡਨ ਸੈਂਟਰ ਵਿਖੇ ਉਸ ਦੇ ਇੱਕ ਸਾਬਕਾ ਦਫ਼ਤਰ ਤੋਂ ਕਲਾਸੀਫਾਈਡ ਰਿਕਾਰਡ ਪ੍ਰਾਪਤ ਕੀਤੇ। ਵਕੀਲਾਂ ਨੂੰ ਫਿਰ ਉਪ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਬਾਈਡਨ ਦੀ ਵਿਲਮਿੰਗਟਨ ਨਿਵਾਸੀ ਦੀ ਲਾਇਬ੍ਰੇਰੀ ਤੋਂ 6 ਹੋਰ ਵਰਗੀਕ੍ਰਿਤ ਦਸਤਾਵੇਜ਼ ਮਿਲੇ। ਇਹਨਾਂ ਦਸਤਾਵੇਜ਼ਾਂ ਦੀ ਪ੍ਰਾਪਤੀ ਅਜਿਹੇ ਸਮੇਂ ਬਾਈਡਨ ਦੇ ਲਈ ਸਿਆਸੀ ਜਵਾਬਦੇਹੀ ਬਣ ਗਈ ਹੈ ਜਦੋਂ ਉਹ ਮੁੜ ਚੋਣ ਦੇ ਲਈ ਆਪਣਾ ਦਾਅਵਾ ਪੇਸ਼ ਕਰਨ ਦੀ ਤਿਆਰੀ ਕਰ ਰਹੇ ਨੇ। ਇਹ ਘਟਨਾ ਪੂਰਵਵਰਤੀ ਡੋਨਾਲਡ ਟਰੰਪ ਦੇ ਉਤਰਾਅ ਚੜ੍ਹਾਅ ਵਾਲੇ ਕਾਰਜਕਾਲ ਤੋਂ ਬਾਅਦ ਅਮਰੀਕੀ ਜਨਤਾ ਨੂੰ ਆਪਣੇ ਕਾਰਜਕਾਲ ਨੂੰ ਬਿਹਤਰ ਬਣਾਉਣ ਦੇ ਲਈ ਬਾਈਡਨ ਦੇ ਯਤਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਬਾਉਰ ਨੇ ਸ਼ਨੀਵਾਰ ਨੂੰ ਦੱਸਿਆ ਕਿ FBI ਨੇ ਜਿਹੜੇ ਦਸਤਾਵੇਜ਼ ਸ਼ੁੱਕਰਵਾਰ ਨੂੰ ਜ਼ਬਤ ਕੀਤੇ ਉਹ ਬਾਈਡਨ ਦੇ ਸੈਨੇਟਰ ਅਤੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੇ ਨਾਲ ਸੰਬੰਧਿਤ ਸਨ, ਜਦੋਂ ਕਿ ਨੋਟ ਉਸਦੇ ਉਪ ਰਾਸ਼ਟਰਪਤੀ ਕਾਰਜਕਾਲ ਦੇ ਸਨ। ਉਹਨਾਂ ਨੇ ਦੱਸਿਆ ਕਿ ਤਲਾਸ਼ੀ ਲਗਭਗ 13 ਘੰਟੇ ਚੱਲੀ। ਬਾਉਰ ਨੇ ਕਿਹਾ ਕਿ ਨਿਆਂ ਵਿਭਾਗ ਨੇ ਅਜੇ ਤੱਕ ਰਿਕਾਰਡ ਦੀ ਸਮੀਖਿਆ ਨਹੀਂ ਕੀਤੀ। ਇਸ ਦੇ ਲਈ ਇਹ ਸਪਸ਼ਟ ਹੈ ਅਜੇ ਤੱਕ ਨਹੀਂ ਕਿ ਇਹਨਾਂ ਦਸਤਾਵੇਜ਼ਾਂ ਦੀ ਗੁਪਤਤਾ ਦਾ ਪੱਧਰ ਕੀ ਹੈ ਅਤੇ ਕੀ FBI ਦੁਆਰਾ ਹਟਾਏ ਗਏ ਦਸਤਾਵੇਜ਼ ਵਰਗੀਕ੍ਰਿਤ ਰਹਿੰਦੇ ਨੇ। ਆਮ ਤੌਰ ਤੇ ਵਰਗੀਕ੍ਰਿਤ ਦਸਤਾਵੇਜ਼ਾਂ ਨੂੰ ਵੱਧ ਤੋਂ ਵੱਧ 25 ਸਾਲਾਂ ਬਾਅਦ ਜਨਤਕ ਕੀਤਾ ਜਾਂਦਾ ਹੈ, ਪਰ ਕੁਝ ਰਿਕਾਰਡਾਂ ਨੂੰ ਬਹੁਤ ਲੰਬੇ ਸਮੇਂ ਦੇ ਲਈ ਗੁਪਤ ਰੱਖਿਆ ਜਾਂਦਾ ਹੈ। ਬਾਈਡਨ ਨੇ 1973 ਤੋਂ 2009 ਤੱਕ ਸੈਨੇਟਰ ਵਜੋਂ ਸੇਵਾ ਕੀਤੀ। ਬਾਈਡਨ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਵੱਡੀ ਗਿਣਤੀ ਦੇ ਵਿੱਚ ਦਸਤਾਵੇਜ਼ ਗਲਤ ਥਾਂ ਤੇ ਸਨ, ਇਸ ਦੇ ਲਈ ਅਸੀਂ ਉਹਨਾਂ ਨੂੰ ਤੁਰੰਤ ਨਿਆਂ ਵਿਭਾਗ ਨੂੰ ਸੌਂਪ ਦਿੱਤਾ। ਜਦੋਂ ਬਾਈਡਨ ਦੀ ਰਿਹਾਇਸ਼ ਦੀ ਤਲਾਸ਼ੀ ਲਈ ਗਈ ਤਾਂ ਫਸਟ ਲੇਡੀ ਜਿਲ ਬਾਈਡਨ ਉੱਥੇ ਨਹੀਂ ਸਨ। ਉਹ ਡੈਲਾਵੇਅਰ ਦੇ ਰੋਹੇਵੋਥ ਬੀਚ ਸਥਿਤ ਆਪਣੀ ਰਿਹਾਇਸ਼ ਤੇ ਵੀਕਐਂਡ ਬਿਤਾਉਣ ਗਈ ਸੀ। ਇਹ ਵੇਖਣਾ ਬਾਕੀ ਹੈ ਕਿ ਸੰਘੀ ਅਧਿਕਾਰੀ ਹੋਰ ਥਾਵਾਂ ਤੇ ਹੋਰ ਖੋਜਾਂ ਕਰਨਗੇ ਜਾਂ ਨਹੀਂ। ਬਾਈਡਨ ਦੇ ਨਿੱਜੀ ਵਕੀਲਾਂ ਨੇ ਪਹਿਲਾਂ ਹੀ ਰੋਹੇਵੋਥ ਬੀਚ ਨਿਵਾਸ ਦੀ ਤਲਾਸ਼ੀ ਲਈ ਅਤੇ ਕਿਹਾ ਕਿ ਉਹਨਾਂ ਨੂੰ ਕੋਈ ਅਧਿਕਾਰਤ ਦਸਤਾਵੇਜ਼ ਜਾਂ ਗੁਪਤ ਰਿਕਾਰਡ ਨਹੀਂ ਮਿਲਿਆ। ਬਾਉਰ ਨੇ ਕਿਹਾ ਕਿ FBI ਨੇ ਵਾਈਟ ਹਾਊਸ ਨੂੰ ਜਾਂਚ ਪੂਰੀ ਹੋਣ ਤੱਕ ਇਸ ਮਾਮਲੇ ਤੇ ਕੋਈ ਟਿੱਪਣੀ ਨਾ ਕਰਨ ਦੇ ਲਈ ਕਿਹਾ। ਤਲਾਸ਼ੀ ਦੌਰਾਨ ਬਾਈਡਨ ਦੇ ਨਿੱਜੀ ਵਕੀਲ ਅਤੇ ਵਾਈਟ ਹਾਊਸ ਦੇ ਵਕੀਲ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ FBI ਦੇ ਕੋਲ ਰਾਸ਼ਟਰਪਤੀ ਦੀ ਰਿਹਾਇਸ਼ ਤੱਕ ਪੂਰੀ ਪਹੁੰਚ ਸੀ, ਜਿਸ ਵਿੱਚ ਨਿੱਜੀ ਹੱਥ ਲਿਖਤ ਨੋਟਿਸ, ਫਾਈਲਾਂ, ਕਾਗਜ਼ਾਤ, ਯਾਦਗਾਰੀ ਵਸਤੂਆਂ, ਕਰਨ ਵਾਲੀਆਂ ਸੂਚੀਆਂ ਅਤੇ ਸਮਾਂ ਸਾਰਣੀ ਸ਼ਾਮਲ ਨੇ। ਇਸ ਸਮੱਗਰੀ ਦੇ ਵਿੱਚ ਕੁਝ ਸੈਨੇਟ ਮੈਂਬਰ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਰਾਸ਼ਟਰਪਤੀ ਬਾਈਡਨ ਦੀਆਂ ਸੇਵਾਵਾਂ ਤੋਂ ਪਹਿਲਾਂ ਦੀਆਂ ਨੇ। ਇਸ ਨੂੰ ਸਮੀਖਿਆ ਲਈ ਕਬਜ਼ੇ 'ਚ ਲਿਆ ਗਿਆ ਹੈ। ਸੰਯੁਕਤ ਰਾਜ ਅਮਰੀਕਾ ਦੇ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਆਲੇ ਦੁਆਲੇ ਸਿਆਸੀ ਗਰਮੀ ਵੱਧ ਰਹੀ ਹੈ। ਇਸ ਦੌਰਾਨ ਭਾਰਤੀ ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੈਲੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਅੱਗੇ ਲਿਜਾਣ ਦੇ ਲਈ ਨਵੇਂ ਨੇਤਾ ਹੋ ਸਕਦੇ ਨੇ। ਸੰਯੁਕਤ ਰਾਸ਼ਟਰ ਦੇ ਸਾਬਕਾ ਰਾਜਦੂਤ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਨੂੰ ਅਮਰੀਕੀ ਰਾਸ਼ਟਰਪਤੀ ਬਣਨ ਦਾ ਦੂਜਾ ਮੌਕਾ ਨਹੀਂ ਮਿਲ ਸਕਦਾ। ਵੀਰਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਨਿੱਕੀ ਹੈਲੇ ਨੇ ਐਲਾਨ ਕੀਤਾ ਕਿ ਉਹ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਲੜਨ ਦੀ ਯੋਜਨਾ ਬਣਾ ਰਹੇ ਨੇ। ਵੀਰਵਾਰ ਨੂੰ ਫੋਕਸ ਨਿਊਜ਼ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਉਹ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲਿਜਾਣ ਅਤੇ ਅਮਰੀਕੀ ਰਾਸ਼ਟਰਪਤੀ ਬਣਨ ਦੇ ਲਈ ਨਵੀਂ ਨੇਤਾ ਹੋ ਸਕਦੇ ਨੇ। ਜੋ ਬਾਈਡਨ ਨੂੰ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ ਹੈ। ਉਹ ਸੰਭਾਵਤ ਰਾਸ਼ਟਰਪਤੀ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ। 51 ਸਾਲਾ ਨਿੱਕੀ ਹੈਲੀ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ, ਮੈਂ ਇੱਥੇ ਕੋਈ ਐਲਾਨ ਨਹੀਂ ਕਰਨ ਰਹੀ। ਔਰ ਹਾਲਾਂਕਿ ਇਸ਼ਾਰਿਆਂ ਦੇ ਵਿੱਚ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਅਮਰੀਕਾ ਦੇ ਨਵੇਂ ਨੇਤਾ ਹੋ ਸਕਦੇ ਨੇ। ਹੈਲੀ ਅੱਗੇ ਕਹਿੰਦੇ ਨੇ ਕਿ ਉਹਨਾਂ ਨੇ ਗਵਰਨਰ ਅਤੇ ਰਾਜਦੂਤ ਦੇ ਤੌਰ ਤੇ ਵਧੀਆ ਕੰਮ ਕੀਤਾ।
ਏਅਰ ਇੰਡੀਆ ਨੇ ਆਪਣੀ ਦਿੱਲੀ ਤੋਂ ਮਿਲਾਨ ਉਡਾਨ ਜੋ ਕਾਫੀ ਸਮੇਂ ਤੋਂ ਬੰਦ ਪਈ ਸੀ ਹੁਣ ਦੁਬਾਰਾ 1 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਦਿੱਲੀ ਤੋਂ ਮਿਲਾਨ ਨਾਨ ਸਟਾਪ ਉਡਾਨ ਹਫ਼ਤੇ 'ਚ 4 ਵਾਰ ਹੋਏਗੀ। 1 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਇਹ ਸਿੱਧੀ ਉਡਾਨ ਹਫ਼ਤੇ ਦੇ 4 ਦਿਨ ਐਤਵਾਰ, ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਦਿੱਲੀ ਤੋਂ ਦੁਪਹਿਰ 2:20 ਤੇ ਉਡਾਨ ਭਰੇਗੀ, ਜੋ ਕਿ ਇਟਲੀ ਦੇ ਸਮੇਂ ਅਨੁਸਾਰ 6:30 ਤੇ ਮਿਲਾਨ ਪਹੁੰਚਿਆ ਕਰੇਗੀ, ਜਦਕਿ ਮਿਲਾਨ ਤੋਂ ਉਸੇ ਦਿਨ ਇਹ ਉਡਾਨ ਰਾਤ 8 ਵਜੇ ਵਾਪਸ ਦਿੱਲੀ ਲਈ ਉਡਾਨ ਭਰੇਗੀ। ਜੋ ਹੀ ਭਾਰਤੀ ਕੌਂਸੂਲੇਟ ਮਿਲਾਨ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ, ਲੋਕਾਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਦਿੱਲੀ ਤੋਂ ਮਿਲਾਨ ਅਤੇ ਮਿਲਾਨ ਤੋਂ ਦਿੱਲੀ ਸ਼ੁਰੂ ਹੋਣ ਵਾਲੀ ਇਹ ਸਿੱਧੀ ਉਡਾਨ ਜਿੱਥੇ ਲੋਕਾਂ ਦਾ ਸਮਾਂ ਬਚਾਏਗੀ, ਉੱਥੇ ਆਮ ਲੋਕਾਂ ਨੂੰ ਏਜੰਟਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਪ੍ਰਾਈਵੇਟ ਉਡਾਣਾਂ ਤੋਂ ਹੁੰਦੀ ਪੈਸੇ ਦੀ ਲੁੱਟ ਖਸੁੱਟ ਅਤੇ ਹੋਰਨਾਂ ਪਰੇਸ਼ਾਨੀਆਂ ਤੋਂ ਰਾਹਤ ਵੀ ਦਿਵਾਏਗੀ। ਭਾਰਤ ਸਮੇਤ ਦੁਨੀਆ ਦੇ ਵਿੱਚ ਕਰੋਨਾ ਟੀਕਿਆਂ ਦੇ ਮਾੜੇ ਪ੍ਰਭਾਵਾਂ ਦੇ ਬਹਿਸ ਜ਼ੋਰ ਫੜਨ ਲੱਗੇ ਨੇ। ਇਸ ਵਿਚਾਲੇ ਟਵਿੱਟਰ ਦੇ CEO ਐਲਨ ਮਸਕ ਨੇ ਵੀ ਸ਼ਨੀਚਰਵਾਰ ਨੂੰ ਕਹਿ ਦਿੱਤਾ ਹੈ ਕਿ ਕਰੋਨਾ ਟੀਕੇ ਦੀ ਦੂਜੀ ਬੂਸਟਰ ਖੁਰਾਕ ਲੱਗਣ ਤੇ ਉਹਨਾਂ ਨੂੰ ਕਈ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ। ਮਸਕ ਨੇ ਟਵੀਟ ਕੀਤਾ ਕਿ ਦੂਜੀ ਬੂਸਟਰ ਖੁਰਾਕ ਲਗਵਾਉਣ ਤੋਂ ਬਾਅਦ ਮੈਨੂੰ ਕਈ ਦਿਨਾਂ ਤੱਕ ਇੰਜ ਲੱਗਿਆ ਕਿ ਮੈਂ ਮਰ ਰਿਹਾ। ਉਹਨਾਂ ਨੇ ਕਿਹਾ ਕਿ ਪਹਿਲਾਂ mRNA ਬੂਸਟਰ ਠੀਕ ਸੀ, ਪਰ ਦੂਜੀ ਬੂਸਟਰ ਖੁਰਾਕ ਤੋਂ ਬਾਅਦ ਮੇਰੀ ਹਾਲਤ ਖਰਾਬ ਹੋ ਗਈ। ਇਸ ਤੋਂ ਪਹਿਲਾਂ ਵਿਸ਼ਵ ਆਰਥਿਕ ਮੰਚ ਦੀ ਮੀਟਿੰਗ ਦੇ ਦੌਰਾਨ ਵੀ ਕਰੋਨਾ ਟੀਕੇ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਜਦੋਂ ਫਾਈਜ਼ਰ ਦੇ CEO ਐਲਬਰਟ ਬੋਰਲਾ ਤੋਂ ਸਵਾਲ ਪੁੱਛਿਆ ਗਿਆ ਤਾਂ ਜਵਾਬ ਦੇਣ ਤੋਂ ਬਚਦੇ ਹੋਏ ਨਜ਼ਰ ਆਏ ਸਨ। ਮਸਕ ਨੇ ਵੀ ਦੱਸਿਆ ਕਿ ਉਹਨਾਂ ਦੇ ਚਚੇਰੇ ਭਰਾ ਨੂੰ ਕਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਸੀ। ਅਲਫਾਬੈਟ ਤੇ ਗੂਗਲ ਦੇ CEO ਸੁੰਦਰ ਪਿਚਾਈ ਨੇ ਕਿਹਾ ਕਿ ਤਕਰੀਬਨ 12,000 ਮੁਲਾਜ਼ਮਾਂ ਦੀ ਛਾਂਟੀ ਦਾ ਉਹਨਾਂ ਨੂੰ ਅਫਸੋਸ ਹੈ ਤੇ ਇਸ ਫੈਸਲੇ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਨੇ। ਉਹਨਾਂ ਨੇ ਕਿਹਾ ਕਿ ਅਮਰੀਕਾ 'ਚ ਜੋ ਇਸ ਫੈਸਲੇ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਵੱਖਰੀ ਈਮੇਲ ਭੇਜ ਦਿੱਤੀ ਗਈ ਹੈ, ਜਦਕਿ ਬਾਕੀ ਦੇਸ਼ਾਂ ਦੇ ਸਥਾਨਕ ਕਾਨੂੰਨਾਂ ਕਾਰਨ ਇਸ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ। US ਗੂਗਲ ਹਟਾਏ ਗਏ ਮੁਲਾਜ਼ਮਾਂ ਨੂੰ ਘੱਟੋ ਘੱਟ 60 ਦਿਨਾਂ ਦੀ ਤਨਖਾਹ ਦੇਗਾ ਤੇ ਉਹਨਾਂ ਨੂੰ ਬਰਖਾਸਤੀ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ, ਜੋ 16 ਹਫ਼ਤਿਆਂ ਦੀ ਤਨਖਾਹ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਹਰ 1 ਸਾਲ ਦੇ ਲਈ 2 ਹਫ਼ਤਿਆਂ ਦੀ ਵਾਧੂ ਤਨਖਾਹ ਦਿੱਤੀ ਜਾਏਗੀ। ਉਹਨਾਂ ਨੂੰ 2022 ਦਾ ਬੋਨਸ ਤੇ ਛੁੱਟੀਆਂ ਦੇ ਪੈਸੇ ਦਿੱਤੇ ਜਾਣਗੇ। ਪਿਚਾਈ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹਟਾਉਣ ਦੇ ਲਈ ਕੋਈ ਸੌਖਾ ਕੰਮ ਨਹੀਂ ਹੁੰਦਾ ਤੇ ਅਸੀਂ ਮੁਲਾਜ਼ਮਾਂ ਦੀ ਨਵੇਂ ਮੌਕਿਆਂ ਦੀ ਭਾਲ 'ਚ ਮਦਦ ਵੀ ਕਰਾਂਗੇ। ਅਮਰੀਕੀ ਪੁਲਾੜ ਯਾਤਰੀ ਬਜ਼ ਨੇ ਸ਼ੁੱਕਰਵਾਰ ਨੂੰ 93 ਸਾਲ ਦੀ ਉਮਰ ਦੇ ਵਿੱਚ ਚੌਥੀ ਵਾਰ ਵਿਆਹ ਕੀਤਾ। ਉਹਨਾਂ ਦੀ ਪਤਨੀ ਡਾਕਟਰ ਅੰਕਾ ਫੌਰ 63 ਸਾਲ ਦੀ ਹੈ। ਐਲਡਰਨ ਨੇ ਖੁਦ ਟਵਿੱਟਰ ਤੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਅਸੀਂ ਦੋਵੇਂ ਘਰੋਂ ਭੱਜ ਕੇ ਵਿਆਹ ਕਰਨ ਵਾਲੇ ਟੀਨੇਜਰਸ ਦੇ ਵਾਂਗ ਉਤਸ਼ਾਹਿਤ ਹਾਂ। ਨੀਲ ਅਤੇ ਵਜ਼ ਨੇ 1969 ਦੇ ਵਿੱਚ ਅਪੋਲੋ 11 ਮਿਸ਼ਨ ਦੇ ਹਿੱਸੇ ਵਜੋਂ ਚੰਨ ਤੇ ਗਏ ਸੀ। ਨੀਲ ਆਰਮਸਟਰਾਂਗ ਚੰਨ ਤੇ ਉਤਰਨ ਵਾਲੇ ਪਹਿਲੇ ਵਿਅਕਤੀ ਸਨ। ਉਹਨਾਂ ਤੋਂ 19 ਮਿੰਟ ਬਾਅਦ ਬਜ਼ ਨੇ ਚੰਨ ਤੇ ਕਦਮ ਰੱਖਿਆ। ਬਜ਼ ਐਲਡਰਿਨ ਨੇ ਵਿਆਹ ਤੋਂ ਬਾਅਦ ਟਵਿੱਟਰ ਤੇ ਪਤਨੀ ਅੰਕਾ ਨਾਲ ਇੱਕ ਫੋਟੋ ਸ਼ੇਅਰ ਕੀਤੀ। ਉਹਨਾਂ ਨੇ ਲਿਖਿਆ ਕਿ ਆਪਣੇ 93ਵੇਂ ਜਨਮ ਦਿਨ ਦੇ ਮੌਕੇ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੀ ਪਿਆਰੀ ਡਾਕਟਰ ਅੰਕਾ ਫੌਰ ਨਾਲ ਵਿਆਹ ਕਰ ਲਿਆ। ਅਸੀਂ ਲਾਸ ਏਂਜਲਸ ਦੇ ਵਿੱਚ ਇੱਕ ਛੋਟੇ ਜਿਹੇ ਸਮਾਰੋਹ 'ਚ ਵਿਆਹ ਕਰਵਾ ਲਿਆ। ਬਜ਼ ਐਲਡਰਿਨ ਦੀ ਪੋਸਟ ਨੂੰ ਹੁਣ ਤੱਕ 50,000 ਤੋਂ ਵੱਧ ਲੋਕ ਪਸੰਦ ਕਰ ਚੁੱਕੇ ਨੇ। ਟਵਿੱਟਰ ਯੂਜ਼ਰਸ ਉਹਨਾਂ ਨੂੰ ਵਧਾਈ ਦੇ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਚੰਨ ਤੇ ਉਤਰਨ ਵਰਗਾ ਮਹਿਸੂਸ ਹੋ ਰਿਹਾ ਹੋਵੇਗਾ। ਅਮਰੀਕਾ ਦੀ ਮੈਨਹਟਨ ਦੀ ਸੰਘੀ ਅਦਾਲਤ ਨੇ ਇੱਕ ਵਿਅਕਤੀ ਨੂੰ 60 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਵਿਅਕਤੀ ਤੇ ਦੋਸ਼ ਸਨ ਕਿ ਉਸਨੇ ਆਪਣੀ ਹੀ ਧੀ ਦੇ ਨਾਲ ਕਾਲਜ ਵਿੱਚ ਪੜ੍ਹਦੀਆਂ ਕਈ ਲੜਕੀਆਂ ਦਾ ਸ਼ੋਸ਼ਣ ਕੀਤਾ, ਮਾਨਸਿਕ ਤੌਰ ਤੇ ਤਸ਼ੱਦਦ ਕੀਤਾ ਅਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗਲਤ ਤਰੀਕੇ ਦੇ ਨਾਲ ਪੈਸੇ ਕਮਾਉਣ ਦੇ ਲਈ ਧੰਦਾ ਕਰਾਇਆ। ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਲੈਰੀ ਨੂੰ ਦੁਸ਼ਟ ਪ੍ਰਤਿਭਾ ਵਾਲਾ ਕਿਹਾ। ਉਹਨਾਂ ਨੇ ਕਿਹਾ ਕਿ ਲੈਰੀ ਨੇ ਪੀੜਤਾਵਾਂ ਨੂੰ ਜ਼ਿੰਦਗੀ ਨੂੰ ਕਾਬੂ ਕਰਨ ਦੇ ਲਈ ਮਾਨਸਿਕ ਤਸੀਹੇ ਦਿੱਤੇ। 2010 ਦੇ ਵਿੱਚ ਲੈਰੀ ਅਪਸੈਟਸ ਨਿਊਯਾਰਕ ਦੇ ਇੱਕ ਛੋਟੇ ਜਿਹੇ ਕਸਬੇ ਸਹਾਰਾ ਲਾਰੈਂਸ ਕਾਲਜ ਵਿੱਚ ਆਪਣੀ ਧੀ ਨਾਲ ਰਹਿਣ ਦੇ ਲਈ ਆਇਆ। ਇਸ ਸਮੇਂ ਦੋਸ਼ੀ ਨੇ ਪੀੜਤ ਲੜਕੀਆਂ ਨੂੰ ਆਪਣੀਆਂ ਗੱਲਾਂ ਤੇ ਬੁੱਧੀ ਨਾਲ ਉਲਝਾਉਣਾ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਉਹ ਅਕਸਰ ਝੂਠ ਬੋਲ ਕੇ ਲੜਕੀਆਂ ਦੇ ਵਿੱਚ ਮਾਨਸਿਕ ਡਰ ਪੈਦਾ ਕਰਦਾ ਸੀ। ਉਸਨੇ ਹਰ ਕਿਸੇ ਦੇ ਦਿਮਾਗ ਦੇ ਵਿੱਚ ਬਿਠਾਇਆ ਕਿ ਉਹ ਜਾਣਦੀਆਂ ਨੇ ਕੁਝ ਗਲਤ ਹੈ ਤੇ ਲੈਰੀ ਜੋ ਕਹਿ ਰਿਹਾ ਉਹ ਸਹੀ ਹੈ। ਜੱਜ ਨੇ ਇਹ ਵੀ ਕਿਹਾ ਕਿ ਦੋਸ਼ੀ ਪੀੜਤ ਲੜਕੀਆਂ ਨੂੰ ਕੁੱਟਦਾ ਸੀ ਅਤੇ ਉਹਨਾਂ ਨੂੰ ਭੁੱਖਾ ਰੱਖਦਾ ਸੀ। ਉਹ ਉਹਨਾਂ ਲੜਕੀਆਂ ਤੋਂ ਮਜ਼ਦੂਰਾਂ ਵਜੋਂ ਕੰਮ ਕਰਾਉਂਦਾ ਸੀ। ਲੈਰੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਨੌਜਵਾਨਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਸੀ, ਉਹਨਾਂ ਨੂੰ ਆਪਣੀਆਂ ਲੋੜਾਂ ਲਈ ਵਰਤਿਆ। ਸਹਾਇਕ ਅਮਰੀਕੀ ਅਟਾਰਨੀ ਨੇ ਦੋਸ਼ੀ ਲੈਰੀ ਲਈ ਉਮਰ ਕੈਦ ਦੀ ਮੰਗ ਕੀਤੀ। ਉਸਨੇ ਜੱਜ ਦੇ ਸਾਹਮਣੇ ਕਿਹਾ ਕਿ ਲੈਰੀ ਵੱਲੋਂ ਕੀਤੇ ਗਏ ਅਪਰਾਧਾਂ ਬਾਰੇ ਨਹੀਂ ਦੱਸਿਆ ਜਾ ਸਕਦਾ। ਦੂਜੇ ਪਾਸੇ ਜਦੋਂ ਲੈਰੀ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਉਸਨੇ ਆਪਣੇ
ਕੀਤੇ ਤੇ ਕੋਈ ਪਛਤਾਵਾ ਜ਼ਾਹਿਰ ਨਹੀਂ ਕੀਤਾ, ਉਲਟਾ ਉਹਨਾਂ ਨੇ ਜੇਲ੍ਹ ਦੇ ਮਾੜੇ ਹਾਲਾਤਾਂ ਤੇ ਸਵਾਲ ਖੜੇ ਕਰ ਦਿੱਤੇ। ਦਰਅਸਲ ਪਿਛਲੇ ਸਾਲ ਉਸ ਤੇ ਸਾਜ਼ਿਸ਼ ਰਚਣ, ਜ਼ਬਰਦਸਤੀ ਮਜ਼ਦੂਰੀ ਅਤੇ ਸੈਕਸ ਤਸਕਰੀ ਦੇ ਦੋਸ਼ ਲੱਗੇ ਸੀ। ਲਹਿਰੀ ਉਦੋਂ ਤੋਂ ਜੇਲ੍ਹ ਵਿੱਚ ਹੈ। ਲਹਿਰੀ ਨੇ ਅਦਾਲਤ ਦੇ ਵਿੱਚ ਕਿਹਾ ਕਿ ਜੇਲ੍ਹ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ, ਇੱਥੇ ਬਹੁਤ ਮਾੜੇ ਹਾਲਾਤ ਨੇ। ਇਸ ਦੇ ਨਾਲ ਹੀ ਲਹਿਰੀ ਨੇ ਜਿਹੜੇ ਵਕੀਲ ਨੇ ਬਾਰ-ਬਾਰ ਲਹਿਰੀ ਦੇ ਵਕੀਲ ਕਹਿ ਰਹੇ ਸੀ ਕਿ ਉਸਦਾ ਮੁਵੱਕਿਲ ਬੇਕਸੂਰ ਹੈ, ਉਸਨੇ ਕੁਝ ਵੀ ਗਲਤ ਨਹੀਂ ਕੀਤਾ, ਉਸਨੂੰ ਸਿਰਫ ਫਸਾਇਆ ਜਾ ਰਿਹਾ। ਜਦੋਂ ਲਹਿਰੀ ਆਪਣੀ ਧੀ ਦੀਆਂ ਦੋਸਤਾਂ ਨੂੰ ਮਿਲਦਾ ਸੀ ਤਾਂ ਉਹ ਆਪਣੀ ਝੂਠੀ ਬਹਾਦਰੀ ਦੇ ਕਿੱਸੇ ਸੁਣਾਉਂਦਾ ਸੀ। ਉਹ ਝੂਠ ਬੋਲਦਾ ਸੀਗਾ ਕਿ ਉਹ ਅਮਰੀਕਾ ਦੀ ਖੂਫੀਆ ਏਜੰਸੀ ਦੇ ਲਈ ਕੰਮ ਕਰਦਾ। ਐਲਨ ਮਸਕ ਟਵਿੱਟਰ 'ਚ ਵੱਡੇ ਬਦਲਾਅ ਲਗਾਤਾਰ ਕਰਦੇ ਰਹਿੰਦੇ ਨੇ। ਇੱਕ ਤਿਆਰੀ ਉਹਨਾਂ ਨੇ ਹੋਰ ਖਿੱਚ ਲਈ ਹੈ। ਐਲਨ ਮਸਕ ਨੇ ਟਵੀਟ ਕਰਕੇ ਕਿਹਾ ਕਿ ਜਲਦੀ ਟਵੀਟ ਨੂੰ ਬੁੱਕਮਾਰਕ ਦੇ ਤੌਰ ਤੇ ਸੇਵਾ ਕੀਤਾ ਜਾ ਸਕੇਗਾ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਬੁੱਕਮਾਰਕ ਪੂਰੀ ਤਰ੍ਹਾਂ ਪ੍ਰਾਈਵੇਟ ਰਹੇਗਾ, ਯਾਨੀ ਤੁਹਾਡੇ ਬੁੱਕਮਾਰਕ ਨੂੰ ਕੋਈ ਦੂਜਾ ਯੂਜ਼ਰ ਨਹੀਂ ਦੇਖ ਸਕੇਗਾ। ਹਾਲਾਂਕਿ ਜਿਸ ਨਾਲ ਟਵੀਟ ਨੂੰ ਬੁੱਕਮਾਰਕ ਦੇ ਤੌਰ ਤੇ ਸੇਵ ਕੀਤਾ ਜਾਏਗਾ ਉਹ ਜ਼ਰੂਰ ਦੇਖ ਸਕੇਗਾ ਕਿ ਉਸਦੇ ਟਵੀਟ ਨੂੰ ਕਿੰਨੇ ਲੋਕਾਂ ਨੇ ਬੁੱਕਮਾਰਕ ਸੇਵਾ ਕੀਤੀ ਹੈ। ਟਵਿੱਟਰ ਨੇ ਹਾਲ ਹੀ ਦੇ ਵਿੱਚ ਆਈਫੋਨ ਤੋਂ ਬਾਅਦ ਐਂਡਰੋਇਡ ਯੂਜ਼ਰਸ ਦੇ ਲਈ ਵੀ ਟਵਿੱਟਰ ਬਲੂ ਸਬਸਕ੍ਰਿਪਸ਼ਨ ਫੀਚਰ ਪੇਸ਼ ਕੀਤਾ, ਯਾਨੀ ਹੁਣ ਐਂਡਰੋਇਡ ਯੂਜ਼ਰਸ ਨੂੰ ਵੀ ਬਲੂ ਟਿਕ ਦੇ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਕਿਹਾ ਕਿ ਉਹ ਐਂਡਰੋਇਡ ਦੇ ਲਈ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ ਨੂੰ ਜਾਰੀ ਕਰ ਰਹੀ ਹੈ। ਜਲਦੀ ਐਂਡਰੋਇਡ ਯੂਜ਼ਰਸ ਨੂੰ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਲਈ ਹਰ ਮਹੀਨੇ $11 ਯਾਨੀ ਕਿ ਭਾਰਤ ਦੇ ਹਿਸਾਬ ਦੇ ਨਾਲ ਕਰੀਬ 900 ਰੁਪਏ ਖਰਚ ਕਰਨੇ ਪੈਣਗੇ। ਦੱਸ ਦਈਏ ਕਿ ਟਵਿੱਟਰ ਨੇ ਸਭ ਤੋਂ ਪਹਿਲਾਂ ਪਿਛਲੇ ਸਾਲ ਆਈਫੋਨ ਯੂਜ਼ਰਸ ਦੇ ਲਈ ਪੇਡ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਸ਼ੁਰੂਆਤ ਕੀਤੀ ਸੀ। ਇੰਸ਼ੋਰੈਂਸ ਕਾਰਪੋਰੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ 3135 ਵਾਹਨ ਤੇ ਲੱਗਣ ਵਾਲੀਆਂ ਅਜਿਹੀਆਂ ਨਿੱਜੀ ਲਾਇਸੈਂਸ ਪਲੇਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਯਾਨੀ ਕਿ 3135 ਵਾਹਨਾਂ ਦੀਆਂ ਜਿਨ੍ਹਾਂ ਦੇ ਨਾਵਾਂ ਦਾ ਸੰਬੰਧ ਹਥਿਆਰ, ਸਿਆਸਤ, ਧਰਮ ਤੇ ਡਰੱਗ ਨਾਲ ਸੀ। ਕੁੱਲ 9467 ਵਾਹਨਾਂ ਦੇ ਮਾਲਕਾਂ ਨੇ ਬੀਤੇ 1 ਸਾਲ ਦੇ ਵਿੱਚ ਨਿੱਜੀ ਲਾਇਸੈਂਸ ਪਲੇਟਾਂ ਲੈਣ ਵਾਸਤੇ ਅਰਜ਼ੀ ਦਿੱਤੀ। ICBC ਵੱਲੋਂ ਰੱਦ ਕੀਤੀਆਂ ਗਈਆਂ ਲਾਇਸੈਂਸ ਪਲੇਟਾਂ ਦੇ ਵਿੱਚ ਅਸਲਾ ਗੈਂਗ, ਡਾਕੂ ਮਾਫੀਆ, 32 ਬੋਰ, AK-47, ਜੂਨ 84, ਪੰਡਤ, AK-92 ਆਦਿ ਨੇ। ਟਾਟਾ ਗਰੁੱਪ ਦੇ ਕੋਲ ਜਾਣ ਤੋਂ ਬਾਅਦ 에ਅਰ ਇੰਡੀਆ 'ਚ ਤੇਜ਼ੀ ਨਾਲ ਬਦਲਾਅ ਹੋ ਰਹੇ ਨੇ। ਕੰਪਨੀ ਦੇ ਨਾਲ ਹੀ 500 ਜਹਾਜ਼ ਲੈਣ ਦੀ ਵੀ ਯੋਜਨਾ ਬਣਾਈ ਹੈ, ਪਰ ਐਵੀਏਸ਼ਨ ਇੰਡਸਟਰੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਲ ਮੁਸ਼ਕਿਲ 'ਚ ਪੈ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇੰਜਨ ਬਣਾਉਣ ਵਾਲੀਆਂ ਕੰਪਨੀਆਂ 에ਅਰ ਇੰਡੀਆ ਨੂੰ ਕੋਈ ਛੋਟ ਦੇਣ ਦੀ ਤਿਆਰੀ 'ਚ ਨਹੀਂ ਨੇ। ਆਮ ਤੌਰ ਤੇ ਮੈਗਾ ਆਰਡਰਸ ਦੇ ਨਾਲ ਇੰਜਨ ਅਤੇ ਮੇਨਟੇਨੈਂਸ ਤੇ ਛੋਟ ਮਿਲਦੀ ਹੈ, ਪਰ ਇੱਥੇ ਰਿਪੇਅਰ ਦੇ ਲਈ ਰੇਟ ਤੇ ਮਾਮਲਾ ਫਸਿਆ ਹੋਇਆ ਹੈ। 에ਅਰ ਇੰਡੀਆ ਇਸ ਦੇ ਲਈ ਹਰ ਘੰਟੇ ਦੇ ਹਿਸਾਬ ਦੇ ਨਾਲ ਜੋ ਰੇਟ ਆਫਰ ਕਰ ਰਹੀ ਹੈ, ਇੰਜਨ ਬਣਾਉਣ ਵਾਲੀਆਂ ਕੰਪਨੀਆਂ ਉਸ ਨੂੰ ਮੰਨਣ ਦੇ ਲਈ ਤਿਆਰ ਨਹੀਂ ਹਨ। ਬਲੂਮਬਰਗ ਦੀ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ 에ਅਰ ਇੰਡੀਆ ਨੇ 에ਅਰਬੇਸ ਅਤੇ ਬੋਇੰਗ 500 ਜਹਾਜ਼ ਲੈਣ ਦੀ ਯੋਜਨਾ ਬਣਾਈ। ਇਸ ਨੂੰ ਐਵੀਏਸ਼ਨ ਦੇ ਇਤਿਹਾਸ ਦੇ ਸਭ ਤੋਂ ਵੱਡੇ ਆਰਡਰਸ 'ਚੋਂ ਇੱਕ ਮੰਨਿਆ ਜਾ ਰਿਹਾ। ਭਾਰਤੀ ਹਾਕੀ ਟੀਮ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਕ੍ਰਾਸਓਵਰ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ। ਜ਼ਖਮੀ ਮਿਡਫੀਲਡਰ ਹਾਰਦਿਕ ਸਿੰਘ ਸ਼ਨੀਵਾਰ ਨੂੰ FIH ਪੁਰਸ਼ ਹਾਕੀ ਟੀਮ ਕੱਪ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਨੇ। 24 ਸਾਲਾ ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਵਿਰੁੱਧ ਭਾਰਤ ਦੇ ਦੂਜੇ ਪੂਲ ਮੈਚ ਦੇ ਅਖੀਰ ਵਿੱਚ ਹੋਮ ਸਟ੍ਰੇਨਿੰਗ ਦੀ ਸੱਟ ਤੋਂ ਉਭਰਨ ਦੇ ਵਿੱਚ ਅਸਫਲ ਰਹੇ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਸਪੇਨ ਤੇ ਭਾਰਤ ਦੀ 2-0 ਦੀ ਜਿੱਤ ਵਿੱਚ ਹਾਰਦਿਕ ਸਿੰਘ ਨੇ ਇੱਕ ਸ਼ਾਨਦਾਰ ਗੋਲ ਕੀਤਾ ਸੀ। ਹਾਰਦਿਕ ਦੀ ਥਾਂ ਬਦਲਵੇਂ ਖਿਡਾਰੀ ਰਾਜਕੁਮਾਰ ਪਾਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਏਗਾ। ਹਾਰਦਿਕ ਵੇਲਜ਼ ਖਿਲਾਫ ਨਹੀਂ ਖੇਡੇ ਸਨ। ਹਾਕੀ ਇੰਡੀਆ ਨੇ ਇੱਕ ਬਿਆਨ 'ਚ ਕਿਹਾ ਕਿ ਵੇਲਜ਼ ਖਿਲਾਫ ਮੈਚ ਅਤੇ ਉਸ ਤੋਂ ਬਾਅਦ ਦੇ ਮੁਲਾਂਕਣ ਦੇ ਲਈ ਨੌਜਵਾਨ ਖਿਡਾਰੀ ਨੂੰ ਆਰਾਮ ਦੇਣ ਤੋਂ ਬਾਅਦ ਹਾਰਦਿਕ ਹੁਣ ਉੜੀਸਾ ਹਾਕੀ ਪੁਰਸ਼ ਵਰਲਡ ਕੱਪ 2023 ਭੁਵਨੇਸ਼ਵਰ ਤੋਂ ਬਾਹਰ ਹੋ ਗਏ ਨੇ। ਟੀਮ ਪ੍ਰਬੰਧਨ ਵੱਲੋਂ ਲਏ ਗਏ ਫੈਸਲੇ ਦੇ ਬਾਰੇ ਗੱਲਬਾਤ ਕਰਦੇ ਹੋਏ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਸਾਨੂੰ ਐਤਵਾਰ ਨੂੰ ਨਿਊਜ਼ੀਲੈਂਡ ਤੇ ਉਸ ਤੋਂ ਬਾਅਦ ਦੇ ਵਿਸ਼ਵ ਕੱਪ ਮੈਚਾਂ ਲਈ ਹਾਰਦਿਕ ਸਿੰਘ ਨੂੰ ਭਾਰਤੀ ਟੀਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਇੱਕ ਮੁਸ਼ਕਿਲ ਫੈਸਲਾ ਲੈਣਾ ਪਿਆ। ਹਾਲਾਂਕਿ ਸਾਡੇ ਇੰਨੀ ਗੰਭੀਰ ਨਹੀਂ ਸੀ, ਸਮਾਂ ਸਾਡੇ ਨਾਲ ਨਹੀਂ ਸੀ ਤੇ ਸਾਡੀ ਪੂਰੀ ਤਰ੍ਹਾਂ ਚੱਲ ਰਹੀ ਰਿਹੈਬਿਲਿਟੇਸ਼ਨ ਪ੍ਰਕਿਰਿਆ ਤੇ ਕਾਰਜਸ਼ੀਲ ਅਤੇ ਔਨ ਫੀਲਡ ਮੁਲਾਂਕਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਸੀਂ ਹਾਰਦਿਕ ਦੀ ਜਗ੍ਹਾ ਰਾਜਕੁਮਾਰ ਪਾਲ ਨੂੰ ਲਵਾਂਗੇ। ਪੂਰਬੀ ਲੰਡਨ ਦੇ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਇੱਕ ਬੱਸ ਨੂੰ ਅੱਗ ਲੱਗ ਗਈ। ਇਹ ਘਟਨਾ ਸਾਹਮਣੇ ਆਈ। ਬੱਸ ਸ਼ੁੱਕਰਵਾਰ ਸਵੇਰੇ ਕਰੀਬ 8:15 ਤੇ ਹਾਕਨੀ ਵਿੱਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ। ਉਦੋਂ ਉਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ 6 ਹੋਰ ਵਾਹਨ ਨੁਕਸਾਨੇ ਗਏ। ਹਾਲਾਂਕਿ ਜਿਵੇਂ ਹੀ ਬੱਸ ਨੂੰ ਅੱਗ ਲੱਗੀ, ਉਸ ਵਿੱਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਕਨੀ ਕੌਂਸਲ ਨੇ ਟਵਿੱਟਰ ਤੇ ਲਿਖਿਆ ਕਿ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਸੱਟ ਦੇ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਸਕੂਲ ਪਹੁੰਚਣ ਦੇ ਲਈ ਦੂਜੀ ਬੱਸ ਦਾ ਪ੍ਰਬੰਧ ਕੀਤਾ ਗਿਆ। ਇਸ ਹਾਦਸੇ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇੰਗਲੈਂਡ ਵਿੱਚ ਪਿਛਲੇ ਸਾਲ 2023 ਦੇ ਵਿੱਚ ਸਿੱਖ ਭਾਈਚਾਰੇ ਦੇ ਇੱਕ ਵਿਅਕਤੀ ਨੇ 4 ਬੱਚਿਆਂ ਦੇ ਪਿਤਾ ਦਾ ਕਤਲ ਕੀਤਾ ਸੀ। ਇੰਗਲੈਂਡ ਵਿੱਚ ਪਿਛਲੇ ਸਾਲ 4 ਬੱਚਿਆਂ ਦੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਇੱਕ 25 ਸਾਲਾ ਸਿੱਖ ਵਿਅਕਤੀ ਸਮੇਤ 2 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ। ਬਲੌਰਸ ਗ੍ਰੀਨ ਰੋਡ ਦੇ ਗੁਰਦੀਪ ਸੰਧੂ ਅਤੇ ਡਡਲੇ ਦੇ ਰਿਚਮੰਡ ਰੇਡ ਦੇ ਹਸਨ ਤਸਲੀਮ ਨੇ 31 ਜਨਵਰੀ 2021 ਨੂੰ ਦੁਪਹਿਰ 12:30 ਵਜੇ ਤੋਂ ਥੋੜੀ ਦੇਰ ਬਾਅਦ ਇੱਕ ਟੈਕਸੀ ਫਰਮ ਦੇ ਮੈਨੇਜਰ ਮੁਹੰਮਦ ਹਾਰੂਨ ਜ਼ੇਬ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਵੈਸਟ ਮਿਡਲੈਂਡਸ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹਾਰੂਨ ਆਪਣੇ ਘਰ ਦੇ ਬਾਹਰ ਫਸਿਆ ਹੋਇਆ ਸੀ, ਜਿਸ ਦੌਰਾਨ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸਿਰ ਵਿੱਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਹਸਪਤਾਲ 'ਚ ਮੌਤ ਹੋਈ। ਲੌਬਰੋ ਕ੍ਰਾਊਨ ਕੋਰਟ ਵਿੱਚ 3 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਸੰਧੂ ਅਤੇ ਤਸਲੀਮ ਨੂੰ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਕਤਲ ਦਾ ਦੋਸ਼ੀ ਪਾਇਆ ਗਿਆ। ਚਾਈਨਾ ਵਿੱਚ ਕੋਰੋਨਾ ਮਹਾਮਾਰੀ ਕਾਬੂ ਤੋਂ ਬਾਹਰ ਹੈ। ਗੁਆਂਢੀ ਦੇਸ਼ ਨੇ ਵਿਗੜਦੀ ਸਥਿਤੀ ਨੂੰ ਦੁਨੀਆ ਤੋਂ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਯਾਨੀ ਕਿ ਭਾਰਤ ਦੇ ਗੁਆਂਢੀ ਦੇਸ਼ ਚਾਈਨਾ ਨੇ, ਪਰ ਦਬਾਅ ਬਹੁਤ ਸੀ ਅਤੇ ਸੱਚਾਈ ਸਾਹਮਣੇ ਆਉਣੀ ਸੀ। ਚੀਨ ਤੋਂ ਮਿਲੀ ਤਾਜ਼ਾ ਜਾਣਕਾਰੀ ਹੁਣ ਚਿੰਤਾਜਨਕ ਹੈ। ਜਾਣਕਾਰੀ ਦੇ ਮੁਤਾਬਕ ਚਾਈਨਾ 'ਚ ਲਗਾਤਾਰ ਲੋਕ ਮਰ ਰਹੇ ਨੇ। 13 ਜਨਵਰੀ ਤੋਂ 19 ਜਨਵਰੀ ਤੱਕ ਦੇ ਹਫ਼ਤੇ 'ਚ 13,000 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਇੱਕ ਪ੍ਰਮੁੱਖ ਚੀਨੀ ਵਿਗਿਆਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਚਾਈਨਾ ਦੀ 80% ਦੀ ਆਬਾਦੀ ਕੋਰੋਨਾ ਨਾਲ ਸੰਕਰਮਿਤ ਹੋਈ ਹੈ। ਅਗਲੇ 2 ਤੋਂ 3 ਮਹੀਨਿਆਂ ਵਿੱਚ ਕੋਰੋਨਾ ਦਾ ਪ੍ਰਕੋਪ ਹੋਰ ਵਧਣ ਦੀ ਸੰਭਾਵਨਾ ਹੈ। ਚਾਈਨਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁੱਖ ਮਹਾਮਾਰੀ ਵਿਗਿਆਨੀ ਪੂ ਜ਼ਨਯੂ ਨੇ ਇੰਟਰਨੈਟ ਮੀਡੀਆ ਪਲੇਟਫਾਰਮ ਤੇ ਕਿਹਾ ਕਿ ਚਾਈਨਾ 'ਚ ਇਸ ਸਮੇਂ ਨਵੇਂ ਸਾਲ ਦੀਆਂ ਛੁੱਟੀਆਂ ਚੱਲ ਰਹੀਆਂ ਨੇ। ਚਾਈਨਾ ਵਿੱਚ ਲੱਖਾਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਯਾਤਰਾ ਕਰ ਰਹੇ ਨੇ। ਲੋਕਾਂ ਦੀ ਆਵਾਜਾਈ ਮਹਾਮਾਰੀ ਨੂੰ ਹੋਰ ਫੈਲਾ ਸਕਦੀ ਹੈ। ਦਿਹਾਤੀ ਖੇਤਰਾਂ 'ਚ ਖਤਰਾ ਜ਼ਿਆਦਾ ਹੈ ਕਿਉਂਕਿ ਕੋਰੋਨਾ ਨਾਲ ਨਜਿੱਠਣ ਦੇ ਲਈ ਸਾਧਨਾਂ ਦੀ ਘਾਟ ਹੈ। ਇਸ ਦੌਰਾਨ ਭਾਰਤ ਵਿੱਚ ਕੋਰੋਨਾ ਵਿਰੁੱਧ ਸਫਲ ਲੜਾਈ ਜਾਰੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।